ਵਾਹਿਗੁਰੂ 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 ਗੁਰ ਵੱਡ ਭਾਗੀ ਪਾਇਆ, 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 ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਜੀ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਵਾਹਿਗੁਰੂ ਜੀਓ। ਸ਼੍ਰੀ ਨਾਨਕ ਪਦ ਪੰਕਜ ਬੰਦਨਾ, ਪੰਕਜ ਬੰਦਨਾ। ਸਿਮਰਾਂ ਅੰਗਦ ਦੁਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਨਿਤ ਧਿਆਵਹੁ, ਹਿਰਦੈ ਨਿਤ ਧਿਆਵਹੁ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਹੁ। ਸ਼੍ਰੀ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਔਰ ਹਰਿ ਕ੍ਰਿਸ਼ਨ ਮਨਾਈ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲ, ਸਤਿਗੁਰ ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਤਰਾਂ ਤਰਾਂ ਪਰ
ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦਾ ਕਰ ਅਨੁਰਾਗ ਗੁਰ ਕਾ ਸ਼ਬਦ ਤਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸੀਸ ਚਰਨ ਪਰਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵੇਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਸਭਾ ਪੂਰਨ ਪਈ ਲੋਚਨ ਅਰਵਿੰਦਾ ਬੰਦਤ ਬਿਕਸਤ ਦੇਖਤੇ ਰਵ ਹਰਿ ਗੋਵਿੰਦਾ ਆਏ ਸਭਾ ਪੂਰਨ ਪਾਈ ਲੋਚਨ ਅਰਵਿੰਦਾ ਬੰਦਤ ਬਿਕਸਤ ਦੇਖਤੇ ਰਵ ਹਰਿ ਗੋਵਿੰਦਾ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦੀਨ ਦੁਨੀ ਦੇ ਪਾਤਸ਼ਾਹ ਕੁਲ ਖਲਕਤ ਦੇ ਰਹਿਨੁਮਾ ਸਭ ਦੇ ਸਾਂਝੇ ਸਭ ਦੇ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਕੀ ਅਤੀ ਸਨਮਾਨਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਰੋਜ਼ਾਨਾ ਦੀ ਤਰ੍ਹਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਨਾਲ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਇਸ ਲੜੀਵਾਰ ਕਥਾ ਰਾਹੀਂ ਆਪ ਸੰਗਤਾਂ ਨੇ ਕੱਲ ਇੱਥੋਂ ਤੱਕ ਗੁਰੂ ਜੀ ਕੀ ਕਥਾ ਨੂੰ ਸ਼ਰਵਣ ਕਰਨਾ ਕੀਤਾ ਕਿ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੁਭਾਏਮਾਨ ਹੋ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਕਹਿੰਦੇ ਖਾਂ ਬਾਬਾ ਵਿਧੀ ਚੰਦ ਜੀ ਨੂੰ ਮਿਲੇ
ਤੇ ਬਾਬਾ ਵਿਧੀ ਚੰਦ ਜੀ ਨੇ ਸਾਰੀ ਵਾਰਤਾ ਗੁਰੂ ਸਰ ਦੀ ਤੀਜੀ ਜੰਗ ਦੀ ਜਿੱਤ ਦੀ ਪੈਂਦੇ ਖਾਂ ਨੂੰ ਦੱਸੀ। ਪੈਂਦੇ ਖਾਂ ਕਹਿਣ ਲੱਗਾ कि बहुत अफसोस की बात कि मैनू गुरु जी ने इस जंग विच नहीं बुलाया, इसलिए नुकसान भी बड़ा होया। भाई जेठा जी पुरजा पुरजा कटवा के शहीद होए और महाराज जी का प्यारा घोड़ा भी कुर्बानी कर गया। अगर मैं हुंदा तेंज ना हुंदा। ये है हंकार। कई वारी वरे गुजर जाते ने संगत करदे आ, बाणी पढ़दे आ, सेवा करदे आ, पर विचों आ चीज नहीं जाती मैं जे मैं ना करदा होना नहीं सी। मैं ना हुंदा ते आ ना हुंदा। ये मैं बोलदी है बंदे दी। पैंदे खां दी मैं बोली ते बाबा विधि चंद समझे भी हंकार विच है। कहन लगा तेरी गल ते ठीक है, पर तैनू ये पता है बई गुरु दी अपनी रजा वरतदी है। होना वो कुछ हुंदा है जो सतगुरु नू मंजूर होवे, जो सानू होवे कबूल। वो नहीं हुंदा जो गुरु नू कबूल होवे, वो हुंदा जे। पैंदे खां चुप कर गया। दिन चढ़दा, दीवान सजदा, अमृत वेले फिर बाहर। हुण बेअंत संगतां पहुँच रहीआं ने गुरु जी दे चरनां विच। आओ इस तो अगे गुरु की कथा जिवें आख रही है तिवें श्रवण करिए और नाल ही अज सतगुरां दी कृपा सदका इस पोथी दी संपूर्णता होनी है। 7वीं रास अज संपूर्ण होवेगी गुर इतिहास दी और अगली पोथी 8वीं रास अज प्रारंभ होवेगी जी। आओ की आखदी है सतगुरु दी कथा अगों श्रवण करिए जी। कहंदे संगत आई, पैंदे खां भी पहुँच गया। गुरु दी सभा पूरन हो गई। दरबार सजिया और संगत नाल भर चुका है। संगतां दे जड़े नेत्र ने वो कमल बन गए हन और संगतां झुकदियां ने, निवदियां ने, खिड़दियां ने वेख करके अपने गुरु रूपी सूरज गुरु हरगोबिंद साहिब जी नूं तक के संगतां दे नेत्र कमल मानो खिड़दे हन। आ गया ओ खड़ा है सामने पैंदे हाथ दे विच बड़ी तलवार और तलवार उन्हें गातरे भी पहनी हुई है तन उपर। एक बड़ी तलवार हाथ विच, मोढे उपर ढाल। आके पैंदे खां गुरु हरगोबिंद साहिब महाराज जी दे पावन चरण कमलां दे उपर अपना सीस रखदा, मत्था टेकदा गुरु जी नूं और साहिब दे दर्शन करके पैंदे खां ने मन विच बड़ा आनंद प्राप्त कीता।
ਬੜਾ ਖੇੜਾ ਆਇਆ ਉਹਦੇ ਮਨ ਵਿੱਚ। ਕੁਸ਼ਲ ਪ੍ਰਸ਼ਨ ਸਤਿਗੁਰ ਕਰੇ। ਮਹਾਰਾਜ ਕਹਿੰਦੇ ਆਓ 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 ਪੈਂਦਾ, ਸੁਣਾਓ ਤੁਹਾਡਾ ਕੀ ਹਾਲ ਏ। ਕਰ ਜੋਰ ਬਖਾਨਾ। ਪਰ ਪੈਂਦੇ ਖਾਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਇੰਜ ਅਰਜ਼ ਕਰਦੇ ਹੋਏ ਕਹਿਣਾ ਕੀਤਾ। ਆਖਿਆ ਮਹਾਰਾਜ ਤੁਸੀਂ ਵੱਲ ਹੋਵੋ, ਤੁਸੀਂ ਨਾਲ ਹੋਵੋ ਆਪਣੇ ਪਿਆਰੇ ਦੇ, ਔਰ ਤੁਹਾਡੀ ਕਿਰਪਾ ਹੋਵੇ ਤੁਹਾਡੇ ਪਿਆਰੇ ਤੇ, ਫਿਰ ਤੇ ਹਰ ਪਾਸਿਓਂ ਹੀ ਖੁਸ਼ੀ ਸੁੱਖ ਖੈਰੀਅਤ ਹੀ ਖੈਰੀਅਤ ਹੈ। ਇਹ ਸਤਿਗੁਰੂ ਮੈਂ ਤੁਹਾਡੀ ਕਿਰਪਾ ਨਾਲ ਮੈਂ ਸੁਖ ਸਹਿਤ ਹਾਂ ਮਹਾਰਾਜ, ਤੁਹਾਡੀ ਕਿਰਪਾ ਸਦਕਾ। ਸਤਿਗੁਰੂ ਜੀ ਸੁਣਿਆ ਮੈਂ ਵੀ ਬਹੁਤ ਭਿਆਨਕ ਤਕੜਾ ਯੁੱਧ ਹੋਇਆ ਜੀ ਇਹ ਤੀਜਾ। ਪਰ ਮਹਾਰਾਜ ਮੈਥੋਂ ਕੀ ਖਤਾ ਹੋ ਗਈ ਸਤਿਗੁਰੂ, ਜੋ ਤੁਸਾਂ ਮੈਨੂੰ ਯਾਦ ਨਹੀਂ ਫਰਮਾਇਆ, ਮੈਨੂੰ ਨਹੀਂ ਬੁਲਾਇਆ ਇਸ ਜੰਗ ਵਿੱਚ। ਮੈਂ ਤੁਹਾਡੀ ਖਿਦਮਤ ਨਾ ਕਰ ਸਕਿਆ। ਔਰ ਗੁਰੂ ਦੀ ਖਿਦਮਤ ਕਹਿੰਦੇ ਨੇ ਸੇਵਾ ਨੂੰ, ਮੈਂ ਤੁਹਾਡੀ ਸੇਵਾ ਦੇ ਕੰਮ ਨਾ ਆ ਸਕਿਆ ਜੀ। ਇਸ ਲਈ ਮਹਾਰਾਜ ਇਹ ਬੜੀ ਨਿਸ਼ਫਲਤਾ ਮਨ ਹੀ ਮਨ ਮੈਨੂੰ ਪ੍ਰਾਪਤ ਹੋ ਰਹੀ ਹੈ ਵੀ ਮੈਂ ਤੇ ਗੁਰੂ ਦੇ ਅਰਥ ਨਾ ਲਾ ਸਕਿਆ। ਆਪਣਾ ਇਹ ਬਲ, ਇਹ ਸਰੀਰ, ਇਹ ਜੰਗੇ ਮੈਦਾਨ ਵਿੱਚ ਸ਼ਸਤਰ ਵਿਦਿਆ ਦੇ ਜੌਹਰ। ਇਹ ਸੁਣ ਕੇ ਅੰਤਰਜਾਮੀ ਸਤਿਗੁਰੂ ਕਹਿਣ ਲੱਗੇ ਰੁਕੋ, ਪੈਂਦੇ ਖਾਂ ਟਿਕ, ਘਬਰਾਉਣਾ ਕਿਉਂ ਹੈ। ਮਹਾਰਾਜ ਕਹਿੰਦੇ ਫਿਰ ਯੁੱਧ ਹੋਣਾ, ਲੜਾਈ ਤੇ ਅਜੇ ਹੋਣੀ ਹੈ। ਹੋਰ ਸ਼ਾਹੀ ਸੈਨਾ ਨਾਲ ਮਹਾਰਾਜ ਕਹਿੰਦੇ ਉੱਥੇ ਕੰਮ ਆ ਜੀ ਤੂੰ ਸਾਡੇ, ਜਿਹੜੀ ਹੁਣ ਜੰਗ ਹੋਵੇਗੀ। ਮਹਾਰਾਜ ਕਹਿੰਦੇ ਧੂੜੀ ਖੂਨ ਦੇ ਨਾਲ ਲੱਥ-ਪੱਥ ਹੋ ਜਾਵੇਗੀ, ਧੂੜ ਵਿੱਚ ਲਹੂ ਰਚਣਗੇ, ਐਸੀ ਭਿਆਨਕ ਜੰਗ ਹੋਵੇਗੀ। ਹੁਣ ਇਹ ਸੁਣ ਕੇ ਖਾਨ ਪੈਂਦਾ ਚੁੱਪ ਹੋਇਆ। ਕੋਈ ਵੀ ਅੱਗੋਂ ਗੱਲ, ਕੋਈ ਵੀ ਬੇਨਤੀ ਸਤਿਗੁਰੂ ਨੂੰ ਹੁਣ ਕਰ ਨਹੀਂ ਸਕਦਾ। ਕਹਿੰਦੇ ਸਤਿਗੁਰੂ ਦੀ ਸਭਾ ਮਾਨੋ ਇੰਜ ਸ਼ੋਭ ਰਹੀ ਹੈ ਜਿਵੇਂ ਆਕਾਸ਼ ਵਿੱਚ ਚੰਦਰਮਾ ਔਰ ਉਹਦੇ ਇਰਦ ਗਿਰਦ ਤਮਾਮ ਤਾਰੇ ਸ਼ੋਭਦੇ ਨੇ। ਗੁਰੂ ਦੀ ਸੰਗਤ, ਗੁਰੂ ਦੀ ਸਭਾ ਮਾਨੋ ਤਾਰਾ ਰੂਪ ਤਾਰਾ ਮੰਡਲ ਹੋ ਗਈ ਹੈ। ਔਰ ਗੁਰੂ ਜੀ ਪੂਰਨਮਾਸ਼ੀ ਦਾ ਚੰਦਰਮਾ ਹੋ ਕੇ ਆਪਣੀਆਂ ਸੰਗਤਾਂ ਦੇ ਐਨ ਵਿਚਕਾਰ ਸੁਭਾਏਮਾਨ ਹੋ ਕੇ ਸ਼ੋਭਦੇ ਹਨ। ਹੁਣ ਸਤਿਗੁਰੂ ਜੀ ਦੇ ਕਰਤਾਰਪੁਰ ਸਾਹਿਬ
ਆਉਣ ਦੀ ਬਾਤ ਸੁਣ ਸੁਣ ਕੇ ਤਿਲ ਤਿਲ ਪਰਬ੍ਰਹਮ ਨੇੜੇ ਨੇੜੇ ਜਿਹੜੇ ਨਗਰ ਨੇ, ਪਿੰਡ ਨੇ ਛੋਟੇ ਵੱਡੇ, ਉਹਨਾਂ ਤਮਾਮ ਨਗਰਾਂ ਪਿੰਡਾਂ ਤੋਂ ਸੰਗਤਾਂ ਆ ਰਹੀਆਂ ਨੇ, ਵੀਰਾਂ ਘੱਤ ਕੇ ਉਤਲਾਵਤ ਪਹੁੰਚਤ ਵਿਖੇ ਬਹੁਤ ਕਾਹਲੀ ਕਰਦੀਆਂ ਹੋਈਆਂ, ਜਲਦੀ ਜਲਦੀ ਸੰਗਤਾਂ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਰਹੀਆਂ ਹਨ। ਦਰਸ਼ਨ ਅਬਰਾਮ ਔਰ ਸਤਿਗੁਰੂ ਜੀ ਦੇ ਮਨੋਹਰ ਸੁੰਦਰ ਦਰਸ਼ਨ ਪ੍ਰਾਪਤ ਕਰਦੀਆਂ ਹਨ। ਆਪੋ ਆਪਣੀ ਸ਼ਰਧਾ ਯਥਾ ਸ਼ਕਤ ਸੰਗਤਾਂ ਗੁਰੂ ਜੀ ਨੂੰ ਭੇਟਾਵਾਂ ਅਰਪਣ ਕਰਦੀਆਂ ਹਨ। ਭੇਟਾ ਉਹੀ ਮਨਜ਼ੂਰ ਹੁੰਦੀ ਹੈ ਜਿਹਦੇ ਤੇ ਕਬਜ਼ਾ ਨਾ ਹੋਵੇ ਤੁਹਾਡਾ, ਤੇ ਜੇ ਭੇਟਾ ਦੇ ਕੇ ਕਬਜ਼ਾ ਵੀ ਰੱਖਿਆ ਵੀ ਗਈ ਕਿੱਥੇ, ਚਾੜੀ ਸੀ ਗੁਰਦੁਆਰੇ ਤੇ ਨਾਂ ਲਿਖਾ ਦਿੱਤੇ, ਉਹ ਭੇਟਾ ਹਰਗਿਜ਼ ਵੀ ਪ੍ਰਵਾਨ ਨਹੀਂ। ਗੁਰੂ ਦੇ ਘਰ ਵਿੱਚ ਬਹੁਤ ਸੰਗਤਾਂ ਯਥਾ ਸ਼ਕਤ ਪ੍ਰੇਮ ਭੇਟਾਵਾਂ ਅਰਪਣ ਕਰ ਰਹੀਆਂ ਨੇ। ਵੀ ਦਾਤਿਆ ਤੇਰਾ ਦਿੱਤਾ ਤੈਨੂੰ ਕੀ ਅਰਪਣ ਕਰਾਂ, ਜੋ ਤਿਲ ਫੁੱਲ ਹੈ ਪ੍ਰਵਾਨ ਕਰਨਾ। ਔਰ ਫਿਰ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਕਰਕੇ ਬਹਿੰਦੀਆਂ ਨੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸਾਂ ਕਰਕੇ। ਸੰਗਤਾਂ ਆਪੋ ਆਪਣੀਆਂ ਇੱਛਾਵਾਂ ਕਾਮਨਾ ਗੁਰੂ ਤੋਂ ਪੂਰਨ ਕਰਵਾਉਂਦੀਆਂ ਹਨ। ਸੁਖ ਹੋਏ ਮਹਾਨ ਔਰ ਮਹਾਨ ਸੁਖ ਹੁੰਦਾ ਹੈ ਜਦੋਂ ਗੁਰੂ ਦੀ ਨਦਰੇ ਇਨਾਇਤ ਹੋਵੇ। ਇਹ ਤਾਂ ਕਿਰਪਾ ਦ੍ਰਿਸ਼ਟ ਸਭ ਪਾਰ ਕਰ ਸਤਿਗੁਰੂ ਜੀ ਸਭ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ। ਕੋਈ ਇਹ ਠੇਕੇਦਾਰੀ ਨਹੀਂ ਲੈ ਸਕਦਾ ਵੀ ਮੇਰੇ ਉੱਪਰ ਇਹ ਬੜੀ ਕਿਰਪਾ ਹੈ ਗੁਰੂ ਦੀ। ਇਹ ਠੇਕੇਦਾਰੀਆਂ ਬਾਹਰ ਚਲਦੀਆਂ ਨੇ ਵਪਾਰ ਵਿੱਚ। ਗੁਰੂ ਨਾਨਕ ਦੇ ਘਰ ਵਿੱਚ ਐਸੇ ਠੇਕੇਦਾਰ ਮਨਜ਼ੂਰ ਨਹੀਂ ਹਨ, ਕਿਉਂਕਿ ਗੁਰੂ ਸਭ ਦਾ ਸਾਂਝਾ ਹੈ ਔਰ ਗੁਰੂ ਸਭ ਦੇ ਉੱਪਰ ਆਪਣੀ ਕਿਰਪਾ ਕਰਦੇ ਹਨ। ਹੋਏ ਧਨੀ ਕੇ ਰੰਗ ਚਾਹੇ ਕੋਈ ਬਾਦਸ਼ਾਹ ਧਨੀ ਹੈ ਅਮੀਰ ਹੈ, ਚਾਹੇ ਕੋਈ ਰੰਕਾ ਹੈ ਗਰੀਬ ਹੈ ਭਿਖਾਰੀ ਹੈ, ਗੁਰੂ ਤੇ ਸਭ ਦੇ ਉੱਪਰ ਇੱਕ ਜੈਸੀ ਕਿਰਪਾ ਕਰਦੇ ਹਨ। ਮਾਨੋ ਜਿਵੇਂ ਚਕੋਰਾਂ ਨੂੰ ਸਿੱਖ ਸੰਗਤਾਂ ਰੂਪੀ ਚਕੋਰਾਂ ਨੂੰ ਆਨੰਦ ਪ੍ਰਾਪਤ ਹੁੰਦਾ ਏ। ਰਿਤ ਸਰਦ ਮਯੰਕਾ ਸਰਦ ਰੁੱਤ ਦਾ ਮਯੰਕਾ, ਜਿਵੇਂ ਸਰਦ ਰੁੱਤ ਦਾ ਚੰਦਰਮਾ ਹੋਵੇ ਤੇ ਚਕੋਰਾਂ ਨੂੰ ਕਿੰਨਾ ਆਨੰਦ ਪ੍ਰਾਪਤ ਹੁੰਦਾ ਹੈ। ਇੱਕ ਟਕੀ ਲਾ ਕੇ ਜਦੋਂ ਆਪਣੇ ਪ੍ਰੀਤਮ ਨੂੰ ਤੱਕਦੇ ਨੇ ਚਕੋਰ, ਕਿਤਨੇ ਆਨੰਦਿਤ ਹੁੰਦੇ ਨੇ। ਸੰਗਤਾਂ ਚਕੋਰਾਂ ਦੀ ਨਿਆਈ ਨੇ। ਸੰਗਤ ਚਕੋਰ ਬਣ ਗਈ ਔਰ ਗੁਰੂ ਸਰਦ ਰੁੱਤ ਦੇ ਮਾਨੋ ਚੰਦਰਮਾ ਹੋ ਗਏ। ਹੁਣ ਸੰਗਤ ਜਦੋਂ ਬਹਿ ਗਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਹ ਗਾਥਾ ਆਰੰਭ ਕੀਤੀ ਵੀ ਘੋੜੇ ਕਿਵੇਂ ਲਿਆਉਣੇ ਕੀਤੇ। ਵਿਧੀ ਚੰਦ ਜੀ ਨੇ, ਬਾਬਾ ਵਿਧੀ ਚੰਦ ਜੀ ਆਪਾਂ ਕਹਾਂਗੇ, ਬ੍ਰਹਮ ਗਿਆਨੀ ਹੋਏ, ਮਹਾਯੋਧੇ ਹੋਏ, ਮਹਾਨ ਪੁਰਸ਼ ਹੋਏ ਨੇ। ਧੰਨ ਬਾਬਾ ਵਿਧੀ ਚੰਦ ਜੀ ਬੜੇ ਤਪੱਸਵੀ ਕਰਨੀ ਵਾਲੇ ਹੋਏ ਨੇ ਗੁਰੂ ਕੇ ਸਿੱਖ। ਫਿਰ ਉਹ ਗਾਥਾ ਸ਼ੁਰੂ ਕੀਤੀ ਗੁਰੂ ਜੀ ਨੇ, ਕਿਵੇਂ ਘੋੜੇ ਲਿਆਂਦੇ
ਸਨ। ਸਵਰ ਜਨ ਨ ਸੁਨਾਈ। ਫਿਰ ਮਹਾਰਾਜ ਜੀ ਨੇ ਜਿਤਨੀਆਂ ਸੰਗਤਾਂ ਬੈਠੀਆਂ ਨੇ ਕਰਤਾਰਪੁਰ ਸਾਹਿਬ ਔਰ ਇਰਦ ਗਿਰਦ ਦੇ ਨਗਰਾਂ ਤੋਂ, ਸਾਰਿਆਂ ਨੂੰ ਉਹ ਘੋੜੇ ਲਿਆਉਣ ਦਾ ਪ੍ਰਸੰਗ ਸੁਣਾਉਣਾ ਕੀਤਾ। ਬੇਦੇ ਚੰਦ ਕੇ ਗੁਣ ਕਥੇ। ਔਰ ਸਤਿਗੁਰੂ ਜੀ ਫਿਰ ਆਪਣੇ ਇਸ ਮਹਾਨ ਯੋਧੇ, ਇਸ ਮਹਾਂਪੁਰਸ਼ ਬਾਬਾ ਬਿਧੀ ਚੰਦ ਜੀ ਦੇ ਬੜੇ ਗੁਣ ਕਥਨ ਕਰਦੇ ਨੇ। ਇੰਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਦੇ ਬੜੇ ਗੁਣ ਸੰਗਤ ਵਿੱਚ ਕਥਨ ਕੀਤੇ ਹਨ। ਸੁਨ ਸਭ ਵਿਸਮਾਈ। ਸੁਣ ਸੁਣ ਕੇ ਸਾਰੀ ਸੰਗਤ ਬੜੀ ਅਚਰਜ ਹੋਈ, ਬੜੀ ਹੈਰਾਨ ਹੋ ਰਹੀ ਹੈ ਜੀ। ਬਾਨਰ ਬਿਖੈ ਤੁਰੰਗ ਕੋ। ਹੁਣ ਬਹੁਤੇ ਜਿਹੜੇ ਲੋਕ ਨੇ, ਸੰਗਤਾਂ ਨੇ, ਜਦੋਂ ਆ ਘੋੜਾ ਜਿਹੜਾ ਇੱਕ ਬਚਿਆ ਸੁਹੇਲਾ, ਇਹਨੂੰ ਵੇਖਦੀਆਂ ਹਨ ਤਾਂ ਗੁਣ ਗਾਨ ਜਿਸ ਪਾਖੇ। ਜਿਸ ਸੁਹੇਲੇ ਦੇ ਗੁਣ ਸਤਿਗੁਰੂ ਜੀ ਨੇ ਬਹੁਤ ਕਥਨ ਕੀਤੇ ਨੇ, ਸੰਗਤਾਂ ਤੱਕ ਕੇ ਗੁਰੂ ਜੀ ਦੀ ਉਸ ਅਸਵਾਰੀ ਨੂੰ, ਘੋੜੇ ਨੂੰ, ਉਹਦੇ ਗੁਣ ਇੱਕ ਦੂਜੇ ਨੂੰ ਦੱਸਦੇ ਹਨ। ਉਚਿਤ ਹੁਤੋ ਸਤਿਗੁਰੂ ਕੇ। ਸੰਗਤ ਕਹਿੰਦੀ ਵੇਖੋ ਸਿੱਖੋ, ਵੇਖੋ ਪਿਆਰਿਓ, ਗੁਰੂ ਨਾਨਕ ਕੀ ਸੰਗਤ ਜੀ ਇਹ ਲਾਇਕ ਸੀ, ਇਹ ਯੋਗ ਸਨ ਘੋੜੇ ਸਤਿਗੁਰੂ ਜੀ ਦੀ ਅਸਵਾਰੀ ਲਈ। ਆਏ ਹੋਇਆ ਬਿਨਾ ਕੇ। ਇਸ ਲਈ ਵੇਖੋ ਇਹਨਾਂ ਦੀ ਵੀ ਤੇ ਇੱਛਾ ਹੋਵੇਗੀ ਬਈ ਗੁਰੂ ਜੀ ਦੇ ਚਰਨਾਂ ਵਿੱਚ ਵਾਪਸ ਪਹੁੰਚੀਏ ਅਸੀਂ, ਇਸ ਲਈ ਇਹਨਾਂ ਵੀ ਅਰਦਾਸ ਕੀਤੀ ਹੋਵੇਗੀ। ਅਰਦਾਸ ਕੇਵਲ ਮਨੁੱਖ ਹੀ ਨਹੀਂ ਕਰ ਸਕਦਾ, ਪਸ਼ੂ ਪੰਛੀ ਵੀ ਅਰਦਾਸ ਕਰਦੇ ਨੇ, ਉਹ ਵੀ ਕਰ ਸਕਦੇ ਨੇ। ਉਹਨਾਂ ਉੱਪਰ ਕੋਈ ਪਾਬੰਦੀ ਨਹੀਂ ਲਾਈ ਰੱਬ ਨੇ ਵੀ ਕੇਵਲ ਮਨੁੱਖ ਹੀ ਅਰਦਾਸ ਕਰਨਗੇ। ਤੁਹਾਡੀ ਨਹੀਂ ਮੈਂ ਸੁਣਦਾ ਨਾ, ਗੁਰੂ ਤੇ ਕੀੜੀ ਦੀ ਪੁਕਾਰ ਪਹਿਲਾਂ ਸੁਣਦੇ ਨੇ, ਹਾਥੀ ਦੀ ਬਾਅਦ ਵਿੱਚ ਸੁਣਦੇ ਨੇ। ਨਿਮਰਤਾ ਹੋਵੇ ਕੀੜੀ ਦੀ ਨਿਆਈ, ਉਹਦੀ ਅਰਦਾਸ ਪ੍ਰਵਾਨ ਹੁੰਦੀ ਹੈ। ਜਿਹਦੇ ਅੰਦਰ ਹੈਂਕੜ ਹੋਵੇ ਹਾਥੀ ਦੀ ਨਿਆਈ, ਸਤਿਗੁਰੂ ਕਹਿੰਦੇ ਚੱਲ ਵੇਟਿੰਗ ਲਿਸਟ ਵਿੱਚ, ਬਾਅਦ ਵਿੱਚ ਵੇਖਾਂਗੇ। ਚਾਰਾਂ ਪੁੱਤਰ ਸਮੇਤ ਗੁਰ। ਹੁਣ ਹਾਕੀ ਪਸ਼ੂ ਪੰਛੀ ਦੀ ਅਰਦਾਸ ਦੀ ਸੁਣਵਾਈ ਹੁੰਦੀ ਹੈ ਕਿ ਐਵੇਂ ਗੱਲਾਂ ਨੇ? ਕੁਝ ਲਿਖਤਾਂ ਚਾਹੀਦੀਆਂ ਨੇ ਤੁਹਾਨੂੰ, ਆਓ ਤੁਹਾਨੂੰ ਦਰਗਾਹੀ ਲਿਖਤ ਵਿੱਚੋਂ ਸੁਣਾਉਣੇ ਆ ਬਚਨ ਗੁਰੂ ਕੀ ਬਾਣੀ ਵਿੱਚੋਂ। ਮਹਾਰਾਜ ਕਹਿੰਦੇ ਜਬ ਹੀ ਸਰਣ ਗਹੀ ਕਿਰਪਾ ਨਿਧ, ਗੱਜ ਗ੍ਰਾਹ ਤੇ ਛੂਟਾ। ਹੁਣ ਗੱਜ ਕਿਹਨੂੰ ਕਹਿੰਦੇ ਨੇ? ਹਾਥੀ ਨੂੰ। ਗ੍ਰਾਹ ਕਿਹਨੂੰ ਕਹਿੰਦੇ ਨੇ? ਤੰਦੂਏ ਨੂੰ। ਤੰਦੂਏ ਦੀ ਗ੍ਰਿਫਤ ਵਿੱਚ ਸੀ ਹਾਥੀ। ਫਿਰ ਉਹਨੇ ਪੁਕਾਰ ਕੀਤੀ, ਮਹਾਰਾਜ ਮੈਨੂੰ ਬਚਾਓ, ਇਹਦੀ ਗ੍ਰਿਫਤ ਚੋਂ ਮੈਨੂੰ ਛੁਡਾਓ, ਆਜ਼ਾਦ ਕਰਵਾਓ। ਜਦੋਂ ਇਕਾਗਰ ਹੋ ਕੇ ਹਾਥੀ ਨੇ ਪੁਕਾਰ ਕੀਤੀ, ਸੁਣੀ ਮਾਲਕ ਨੇ, ਉਸੇ ਵਕਤ ਮੁਕਤ ਕਰਵਾ ਦਿੱਤਾ ਉਸ ਤੰਦੂਏ ਦੀ ਗ੍ਰਿਫਤ ਤੋਂ। ਵਾਹਿਗੁਰੂ ਜੀ ਨੇ ਉਸ ਹਾਥੀ ਨੂੰ, ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛੀਏ, ਮਹਾਰਾਜ ਕਹਿੰਦੇ ਚੀਂਟੀ ਕੀ ਪੁਕਾਰ ਪਹਿਲੇ ਸੁਨਤ ਹੈ। ਕੀੜੀ ਦੀ ਪੁਕਾਰ ਪਹਿਲਾਂ ਸੁਣਦਾ ਹੈ ਪਰਮਾਤਮਾ। ਇਹਦਾ ਭਾਵ ਅਰਦਾਸ ਦੀ ਸੁਣਵਾਈ ਕੇਵਲ ਮਨੁੱਖ ਦੀ ਕੀਤੀ ਅਰਦਾਸ ਦੀ ਸੁਣਵਾਈ ਹੀ ਨਹੀਂ ਹੁੰਦੀ, ਪਸ਼ੂ ਪੰਛੀਆਂ ਦੀ ਅਰਦਾਸ, ਪ੍ਰੇਤਾਂ ਦੀ ਅਰਦਾਸ ਕੀਤੀ ਹੋਈ ਵੀ ਕਈ ਦਫਾ ਗੁਰੂ ਪ੍ਰਵਾਨ ਕਰ ਲੈਂਦੇ ਹਨ। ਉਪਮਾ ਹੁਣ ਕਹਿੰਦੇ ਸੰਗਤਾਂ ਕਹਿੰਦੀਆਂ ਵੇਖੋ ਐਸੀ ਉਪਮਾ
ਇਹਨਾਂ ਗੁਰੂ ਜੀ ਦੇ ਘੋੜਿਆਂ ਨੇ ਭਾਈ ਜੀ ਦੇ ਵਿੱਚੋਂ ਇੱਕ ਰਹਿ ਗਿਆ, ਇਹ ਸੁਹੇਲਾ। ਮੂਰਤ ਜਨ ਦੇ ਧਨ ਧਰੀ। ਹੁਣ ਵੇਖੋ ਸਤਿਗੁਰੂ ਜੀ ਜਦੋਂ ਬੈਠੇ ਨੇ, ਤੁਸੀਂ ਇਤਿਹਾਸ ਮੈਨੂੰ ਲੱਗਦਾ ਪੰਕਤੀਆਂ ਛੱਡ ਗਏ ਜੀ, ਧਿਆਨ ਕਰੋ। ਚਾਰਾਂ ਪੁੱਤਰ ਸਮੇਤ। ਹਾਂ, ਆ ਗਈ ਗੱਲ ਇੱਥੇ। ਹੁਣ ਚਾਰੇ ਪੁੱਤਰ ਛੇਵੇਂ ਪਾਤਸ਼ਾਹ ਜੀ ਦੇ ਸਹਿਤ ਗੁਰੂ ਦੇ ਚਰਨਾਂ ਵਿੱਚ ਬੈਠੇ ਨੇ। ਕਿਹੜੇ ਚਾਰ ਪੁੱਤਰ? ਧੰਨ ਬਾਬਾ ਗੁਰਦਿੱਤਾ ਜੀ, ਧੰਨ ਬਾਬਾ ਸੂਰਜਮਲ ਜੀ, ਧੰਨ ਬਾਬਾ ਅਣੀ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਇਹ ਚਾਰੇ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਦੇ 5 ਸਾਹਿਬਜ਼ਾਦਿਆਂ ਵਿੱਚੋਂ ਇੱਕ ਅਕਾਲ ਚਲਾਣਾ ਕਰ ਗਏ ਨੇ। ਬਾਬਾ ਅਟਲ ਰਾਏ ਜੀ, ਬਾਕੀ ਰਹਿ ਗਏ 4। ਚਾਰੇ ਸਪੁੱਤਰ ਇਸ ਸਮੇਂ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਨੇ ਸੰਗਤ ਵਿੱਚ। ਆਸੀ ਉਪਮਾ ਪਾਈ। ਔਰ ਐਸੀ ਉਪਮਾ ਗੁਰੂ ਕੇ ਸਪੁੱਤਰਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਪਾਉਣੀ ਕੀਤੀ ਹੈ। ਮਾਨੋ ਕਿ ਜਿਵੇਂ ਮੂਰਤ ਜਨ ਦੇ ਧਨ ਧਰੀ। ਮਾਨੋ ਜਿਵੇਂ ਚਾਰੇ ਵੇਦਾਂ ਨੇ ਇਹ ਮੂਰਤ ਧਾਰਨ ਕੀਤੀ ਹੋਵੇ ਚਾਰ ਪੁੱਤਰਾਂ ਦੇ ਰੂਪਾਂ ਵਿੱਚ। ਬਿਧ ਨਿਕਟ ਸੁਹਾਈ। ਔਰ ਬਿਧ ਨਿਕਟ ਜਿਵੇਂ ਬ੍ਰਹਮਾ ਜੀ ਦੇ ਨੇੜੇ ਚਾਰੇ ਵੇਦ ਸ਼ੋਭਦੇ ਨੇ ਬਹੁਤ, ਇੰਜ ਮਾਨੋ ਸਤਿਗੁਰੂ ਜੀ ਜੋ ਬ੍ਰਹਮ ਸਰੂਪ ਨੇ, ਬ੍ਰਹਮ ਦੇ ਅਵਤਾਰ ਨੇ, ਉਹਨਾਂ ਦੇ ਨਿਕਟ ਉਹਨਾਂ ਦੇ ਚਾਰੇ ਸੁਪੁੱਤਰ ਇੰਜ ਸ਼ੋਭਦੇ ਹਨ। ਜਾਮ ਦਿਵਸ ਕੇ ਚੜੇ ਜਗ। ਪਹਿਰ ਦਿਨ ਚੜੇ ਤੱਕ ਵਿੱਚ ਸਭਾ ਤੇਰੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ, ਆਪਣੇ ਦਰਬਾਰ ਵਿੱਚ, ਆਪਣੀ ਸਭਾ ਵਿੱਚ ਟਿਕੇ ਹਨ। ਜਥਾ ਮਨੋਰਥ ਜਿਨ ਤਰੇ। ਕਹਿੰਦੇ ਜੈਸੇ ਜੈਸੇ ਮਨੋਰਥ ਇੱਛਾਵਾਂ ਕਿਸੇ ਨੇ ਆਪੋ ਆਪਣੇ ਮਨਾਂ ਵਿੱਚ ਰੱਖੀਆਂ ਸਨ, ਤਿਮ ਪੂਰਨ ਭਰੇ ਹੈ। ਤਿਵੇਂ ਤਿਵੇਂ ਉਹ ਮਨੋਰਥ ਸਤਿਗੁਰੂ ਨੇ, ਪੂਰੇ ਗੁਰੂ ਨੇ ਪੂਰਨ ਕੀਤੇ ਹਨ। ਆਤੇ ਆਨੰਦ ਉਤਸਵ ਕਰੇ। ਬੜਾ ਆਨੰਦ, ਬੜਾ ਉਤਸਵ ਕੀਤਾ। ਇੰਜ ਸੰਗਤਾਂ ਨੇ ਗੁਰੂ ਦੇ ਚਰਨਾਂ ਵਿੱਚ। ਪੰਚਾਮ੍ਰਿਤ ਆਏ। ਔਰ ਫਿਰ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਲਿਆਏ ਹਨ ਸਿੱਖ। ਹੋਤ ਪਾਈ ਅਰਦਾਸ ਤਪ। ਹੁਣ ਅਰਦਾਸਾਂ ਹੋ ਰਿਹਾ ਹੈ, ਅਰਦਾਸ ਹੋਣ ਲੱਗੀ ਹੈ ਜੀ। ਸਭ ਮਨ ਵਰਤਾਏ। ਔਰ ਅਰਦਾਸੇ ਤੋਂ ਉਪਰੰਤ ਸਾਰੀਆਂ ਸੰਗਤਾਂ ਵਿੱਚ ਕੜਾਹ ਪ੍ਰਸ਼ਾਦੀ ਦੇਗ ਵਰਤਾਈ ਗਈ ਹੈ। ਬਾਹਰ ਉਠੇ ਅੰਤਰ ਗਏ। ਹੁਣ ਸਾਹਿਬ ਜੀ ਜਦੋਂ ਸੰਗਤਾਂ ਵਿੱਚ ਕੜਾਹ ਪ੍ਰਸ਼ਾਦ ਵਰਤ ਗਿਆ, ਮਹਾਰਾਜ ਆਪਣੇ ਤਖਤ ਤੋਂ ਉੱਠੇ ਹਨ। ਸਭ ਪੁੱਤਰ ਸਮੇਤਾ। ਔਰ ਸਾਰੇ ਪੁੱਤਰਾਂ ਦੇ ਸਹਿਤ ਚਾਰੇ ਸੁਪੁੱਤਰ ਗੁਰੂ ਜੀ ਦੇ ਛੇਵੇਂ ਪਾਤਸ਼ਾਹ ਦੇ ਵੀ ਉੱਠ ਖਲੋਤੇ ਨੇ। ਪਿਤਾ ਗੁਰੂ ਨਾਲ ਬੈਠੇ ਵੱਡੇ ਪਯੰਤ ਪਰ। ਸਤਿਗੁਰੂ ਜੀ ਫਿਰ ਵੱਡੇ ਪਲੰਗ ਤੇ ਬੈਠੇ ਹਨ ਜਾ ਕਰਕੇ। ਜੋ ਚਿਰਜ ਕੀਤਾ। ਜਿਹੜਾ ਗੁਰੂ ਜੀ ਦੇ ਨਿਜ ਘਰ ਵਿੱਚ, ਨਿਜ ਮਹਿਲਾਂ ਵਿੱਚ ਬੜਾ ਸੁੰਦਰ ਪਲੰਗ ਸੀ। ਮਹਾਰਾਜ ਆਪਣੇ ਨਿਜ ਮਹਿਲਾਂ ਵਿੱਚ
ਆਪਣੇ ਪੁੱਤਰਾਂ ਦੇ ਸਹਿਤ ਚਲੇ ਗਏ ਹਨ। ਆਏ ਮਰਵਾਹੀ ਨਾਨਕ ਹੁਣ ਇੱਥੇ ਗੁਰੂ ਜੀ ਦਾ ਪਰਿਵਾਰ ਹੈ ਅੰਦਰ, ਸਾਹਿਬ ਜੀ ਦੇ ਮਹੱਲ, ਸਾਡੇ ਤੁਹਾਡੇ ਸਤਿਕਾਰਯੋਗ ਮਾਤਾ ਜੀ ਮਾਤਾਵਾਂ, ਧੰਨ ਮਾਤਾ ਮਰਵਾਹੀ ਜੀ ਆਏ ਹਨ ਸੇਵਾ ਮਹਿ ਲਾਗੀ। ਔਰ ਸੇਵਾ ਵਿੱਚ ਲੱਗ ਗਏ ਨੇ। ਆਪਣੇ ਪ੍ਰੀਤਮ ਸੁਆਮੀ ਸਤਿਗੁਰੂ ਦੀ ਸੇਵਾ ਵਿੱਚ ਜੁਟੇ ਹਨ। ਦਾਸੀ ਕਈ ਹਟਾਏ ਸਭ ਮਾਤਾ ਮਰਵਾਈ ਜੀ ਨੇ ਇਸ਼ਾਰਾ ਕੀਤਾ, ਆਪਣੀਆਂ ਦਾਸੀਆਂ ਨੂੰ ਵੀ ਰੋਕੋ। ਸੁਆਮੀ ਸਤਿਗੁਰਾਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਣਾ ਹੈ, ਇਹਨਾਂ ਦੀ ਸੇਵਾ ਮੈਂ ਖੁਦ ਕਰਾਂਗੀ। ਅਤਿਸ਼ਯਨ ਰਾਗੀ ਔਰ ਬੜੀ ਅਤਿਅੰਤ ਪ੍ਰੇਮਣ ਹੋ ਕੇ, ਮਹਾਰਾਜ ਦੇ ਚਰਨਾਂ ਦੇ ਪ੍ਰੇਮੀ ਹੋ ਕੇ, ਗੁਰੂ ਕੇ ਮਹੱਲ ਧੰਨ ਮਾਤਾ ਮਰਵਾਹੀ ਜੀ ਥਾਲ ਪਰਸਿਓ ਆਪਣੀ। ਆਪਣੇ ਹੱਥਾਂ ਦੇ ਨਾਲ ਪ੍ਰੀਤਮ ਗੁਰੂ ਨੂੰ ਪ੍ਰਸ਼ਾਦਾ ਤਿਆਰ ਕਰਕੇ ਵੱਡੇ ਥਾਲ ਵਿੱਚ ਰੱਖ ਕੇ ਗੁਰੂ ਜੀ ਨੂੰ ਪਰੋਸਿਆ ਏ। ਬਿਦ ਬਿਦ ਆਹਾਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾਏ ਨੇ ਸਤਿਗੁਰੂ ਜੀ ਦੇ ਛਕਣ ਲਈ। ਬਈ ਗ੍ਰਾਹੀ ਗ੍ਰਾਹੀ ਸਤਿਗੁਰੂ ਸਭ ਵਿੱਚੋਂ ਲੈਣ। ਔਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ ਬਿਰਧ ਸੁਭਾਅ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਆਪ ਜੀ ਲੰਗਰ ਛਕਣ ਲੱਗਦੇ, ਜਿੰਨੇ ਪ੍ਰਸ਼ਾਦੇ ਆਉਂਦੇ ਥਾਲ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਕੁਝ ਗਰਾਹੀਆਂ ਤੋੜ ਕੇ ਆਪਣੇ ਥਾਲ ਵਿੱਚ ਇੱਕ ਪਾਸੇ ਰੱਖ ਦਿੰਦੇ। ਔਰ ਜਦੋਂ ਪ੍ਰਸ਼ਾਦਾ ਛਕ ਹਟਦੇ, ਸਤਿਗੁਰੂ ਕਹਿੰਦੇ ਭਾਈ ਜਿਹੜੀਆਂ ਗਰਾਹੀਆਂ ਨੇ ਇਹ ਚਿੜੀਆਂ ਨੂੰ ਪੰਛੀਆਂ ਨੂੰ ਪਾ ਦਿਓ। ਇਤਨੇ ਦਿਆਲੂ, ਇਤਨੇ ਕੋਮਲ ਹਿਰਦੇ ਵਾਲੇ ਔਰ ਇਤਨੇ ਦਇਆ ਦੇ ਸਾਗਰ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ। ਚੰਦਨ ਚੌਕੀ ਪਰ ਕਰਿਆ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਚੰਦਨ ਦੀ ਚੌਂਕੀ ਦੇ ਉੱਪਰ ਥਾਲ ਰੱਖਿਆ ਗੁਰੂ ਜੀ ਲਈ। ਚਤੁਰੇ ਸੁਤਾਰ ਔਰ ਬਹੁਤ ਚੰਗੀ ਤਰ੍ਹਾਂ ਸੁਧਾਰ ਕੇ ਚਾਮੀ ਕਰਕੇ ਪਾਤਰ ਸਭ ਸਤਿਗੁਰੂ ਜੀ ਪ੍ਰਸ਼ਾਦਾ ਕਿਵੇਂ ਛਕਦੇ? ਗੁਰੂ ਹਰਗੋਬਿੰਦ ਸਾਹਿਬ ਸੁਣੋ। ਸੋਨੇ ਦੇ ਭਾਂਡੇ ਹੁੰਦੇ ਜਿਨ੍ਹਾਂ ਵਿੱਚ ਦਾਲ ਸਬਜ਼ੀ ਪੈਂਦੀ, ਸੋਨੇ ਦੀ ਥਾਲੀ ਹੁੰਦੀ। ਜ਼ਿਕਰ ਆਇਆ ਇੱਥੇ ਬਈ ਚਾਮੀ ਕਰਕੇ ਪਾਤਰ ਸਭ। ਚਾਮੀ ਕਰ ਕਹਿੰਦੇ ਨੇ ਸੋਨੇ ਨੂੰ, ਪਾਤਰ ਕਹਿੰਦੇ ਨੇ ਬਰਤਨਾਂ ਨੂੰ, ਭਾਂਡੇ। ਇਹਦਾ ਮਤਲਬ ਸਤਿਗੁਰੂ ਜੀ ਜਦੋਂ ਲੰਗਰ ਛਕਦੇ ਸੋਨੇ ਦੇ ਬਰਤਨਾਂ ਵਿੱਚ ਛਕਿਆ ਕਰਦੇ। ਸੋਬਤ ਕਰਿਆਗੇ ਔਰ ਫਿਰ ਗੁਰੂ ਦੇ ਅੱਗੇ ਉਹ ਥਾਲ ਰੱਖਿਆ ਹੋਇਆ ਔਰ ਉਹਦੇ 'ਚ ਤਿਆਰ ਕੀਤੇ ਪ੍ਰੇਮ ਸਹਿਤ ਪਦਾਰਥ ਕਿੰਨੇ ਸ਼ੋਭਦੇ ਹਨ। ਖਸ਼ਟ ਰਸਨ ਕੇ ਅਸਨ ਸੁਭ 6 ਪ੍ਰਕਾਰ ਦੇ ਰਸਾਂ ਤੋਂ 36 ਪ੍ਰਕਾਰ ਦੇ ਭੋਜਨ ਬਣਦੇ ਨੇ। 36 ਪ੍ਰਕਾਰ ਦੇ। ਹੁਣ 6 ਪ੍ਰਕਾਰ ਦੇ ਰਸਾਂ ਤੋਂ ਤਮਾਮ ਉਹ ਪਦਾਰਥ ਤਿਆਰ ਹੋ ਕੇ ਗੁਰੂ ਜੀ ਦੀ ਥਾਲੀ ਵਿੱਚ ਹੁੰਦੇ। ਗੁਰ ਅਚਵਨ ਲਾਗੇ ਔਰ ਸਤਿਗੁਰੂ ਥੋੜਾ ਥੋੜਾ ਹੁਣ ਪ੍ਰਸ਼ਾਦਾ ਛਕਣ ਲੱਗੇ ਹਨ। ਤ੍ਰਿਪਤ ਪਾਈ ਜਲ ਪਾਨ ਕਰ ਸਤਿਗੁਰੂ ਜੀ ਨੇ ਆਪਣੀ ਮੌਜ ਵਿੱਚ ਛਕਿਆ ਲੰਗਰ। ਇਸ਼ਾਰਾ ਹੋ ਗਿਆ ਵੀ ਥਾਲ ਲੈ ਜਾਓ। ਫਿਰ ਮਹਾਰਾਜ ਜੀ ਦੇ ਮੁਬਾਰਕ ਹੱਥ ਗੁਰੂ ਦੇ ਮਹੱਲ ਮਾਤਾ ਮਰਵਾਈ ਜੀ ਨੇ ਧੋਣੇ ਕੀਤੇ ਹਨ। ਔਰ ਥੋੜਾ ਜਿਹਾ ਜਲ ਸਤਿਗੁਰੂ ਲੰਗਰ ਛਕਣ ਤੋਂ ਬਾਅਦ ਜ਼ਰੂਰ ਭਾਵੇਂ 2 ਘੁੱਟਾਂ
ਛਕਦੇ। ਪੁਨ ਪਾਨ ਪਖਾਰੇ ਫਿਰ ਸਤਿਗੁਰੂ ਜੀ ਦੇ ਹੱਥ ਧੁਆਏ ਹਨ। ਤਿਨਹੀ ਚਰਮੋਂ ਉਤਰਤ ਇਸੇ ਤਰ੍ਹਾਂ ਫਿਰ ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਨੇ ਚਾਰੇ ਗੁਰੂ ਕੇ ਲਾਲ ਸਪੁੱਤਰ। ਗੁਰੂ ਜੀ ਨੇ ਜਦੋਂ ਪ੍ਰਸ਼ਾਦਾ ਛਕ ਲਿਆ, ਫਿਰ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੇ, ਚਾਰੇ ਸਪੁੱਤਰਾਂ ਨੇ ਮਿਲ ਕੇ ਪ੍ਰਸ਼ਾਦਾ ਛਕਣਾ ਕੀਤਾ। ਅਚਲੀਨ ਆਹਾਰੇ ਲੰਗਰ ਛਕਿਆ ਏ ਸਭਨਾ। ਮਰਵਾਹੀ ਅਰ ਨਾਨਕੀ ਫਿਰ ਧੰਨ ਮਾਤਾ ਮਰਵਾਹੀ ਜੀ ਔਰ ਧੰਨ ਮਾਤਾ ਨਾਨਕੀ ਜੀ। ਲੈ ਕੰਚਨ ਥਾਰਾ ਫਿਰ ਕੰਚਨ ਥਾਰਾ ਸੋਨੇ ਦੇ ਥਾਲ ਲੈ ਕੇ ਹੋ ਗਿਆ ਸ਼ੰਕਾ ਕਲੀਅਰ, ਕੋਈ ਦੋ ਰਾਇਆ ਨਹੀਂ। ਸੋਨੇ ਦੇ ਭਾਂਡਿਆਂ ਵਿੱਚ ਸਤਿਗੁਰੂ ਲੰਗਰ ਛਕਦੇ ਜੀ। ਅਸ ਕਰ ਸੀਤ ਪ੍ਰਸਾਦ ਕੋ ਫਿਰ ਜਿਹੜਾ ਸੀਤ ਪ੍ਰਸ਼ਾਦ ਬਚਿਆ ਮਹਾਰਾਜ ਜੀ ਦੇ ਬਰਤਨਾਂ ਵਿੱਚ, ਜੋ ਗੁਰੂ ਨੇ ਥੋੜਾ ਥੋੜਾ ਛੱਡਿਆ ਆਪਣੇ ਮਹਿਲਾਂ ਲਈ, ਫਿਰ ਗੁਰੂ ਕੇ ਦੋਵੇਂ ਮਹਿਲਾਂ ਨੇ ਮਹਾਰਾਜ ਦੇ ਥਾਲ ਵਿੱਚੋਂ ਸੀਤ ਪ੍ਰਸ਼ਾਦ ਛਕਣਾ ਕੀਤਾ ਔਰ ਆਨੰਦ ਤਾਰਾ ਔਰ ਆਪਣੇ ਹਿਰਦੇ ਵਿੱਚ ਆਨੰਦ ਖੇੜਾ ਧਾਰਨ ਕੀਤਾ। ਇੱਥੇ ਭਾਈ ਮਤੀ ਦਾਸ ਜੀ ਨੇ ਗੁਰੂ ਦਾ ਸੀਤ ਪ੍ਰਸ਼ਾਦ ਚੂਪੇ ਹੋਏ ਮਹਾਰਾਜ ਜੀ ਦੇ ਗੰਨਿਆਂ ਦੇ ਛਿੱਲੜ ਨਹੀਂ, ਉਹਦੇ ਵਿੱਚ ਤੇ ਤਮਾਮ ਬਰਕਤਾਂ ਨੇ। ਗੁਰੂ ਦੇ ਛਿੱਲੜਾਂ ਵਿੱਚ ਵੀ, ਗੁਰੂ ਦੀ ਸੁੱਕੀ ਰੋਟੀ ਵਿੱਚ ਵੀ ਸਾਰੇ ਖਜ਼ਾਨੇ ਹੁੰਦੇ ਨੇ। ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ, ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਧਾਨ। ਪ੍ਰਭੂ ਦੇ ਪਿਆਰਿਆਂ ਦਾ ਸੁੱਕਾ ਦਾਣਾ, ਸੁੱਕਾ ਟੁੱਕੜ ਭਾਈ ਲਾਲੋ ਜੀ ਦਾ। ਕਹਿਣ ਲੱਗੇ ਮਹਾਰਾਜ ਆਈ ਕੁਝ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਲਾਲੋ ਇਹ ਬਹੁਤ ਕੁਝ ਹੈ, ਇਹਦੇ ਵਿੱਚ ਤੇ 9 ਨਿਧੀਆਂ 18 ਸਿੱਧੀਆਂ ਨੇ ਭਾਈ, ਕਿੱਥੇ ਭੁੱਲਿਆ ਫਿਰਦਾ ਤੂੰ। ਤੇ ਫਿਰ ਮਹਾਰਾਜ ਜੀ ਦਾ ਉਹ ਪ੍ਰਸ਼ਾਦ ਪੁਨ ਸ੍ਰੀ ਹਰਿ ਗੋਬਿੰਦ ਗੁਰ ਮੁੜ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਫਿਰ ਹੋਈ ਪਰਯੰਤਾ ਫਿਰ ਮਹਾਰਾਜ ਲੰਗਰ ਛਕ ਕੇ ਪਲੰਗ ਤੇ ਆ ਕੇ ਬਹਿ ਗਏ ਹਨ। ਪੌੜ ਲਏ ਵਿਸਰਾਮ ਹੁਣ ਸਤਿਗੁਰੂ ਜੀ ਆਪਣੀ ਮੌਜ ਵਿੱਚ ਲੇਟ ਗਏ, ਆਪਣੇ ਪਲੰਗ ਤੇ ਵਿਸ਼ਰਾਮ ਕਰਨ ਲਈ। ਜਨ ਜਸ ਅਕਲੰਕ ਜਿਸ ਗੁਰੂ ਦਾ ਜਸ ਅਕਲੰਕ ਹੈ, ਕਲੰਕ ਤੋਂ ਰਹਿਤ ਹੈ ਜੀ। ਭਾਈ ਸਬਦ ਮੇਰਾ ਸਿਆਨ ਲਓ ਪਿਆਰਿਓ, ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ, ਇਹ ਗੁਰੂ ਨਾਨਕ ਕੀ ਸੰਗਤ ਜੀ, ਇਹ ਜਿਹੜਾ ਇਤਿਹਾਸ ਹੈ ਲੜੀਵਾਰ, ਇਹ 7ਵੀਂ ਜਿਹੜੀ ਰਾਸ ਹੈ ਹੁਣ ਪੂਰਨ ਇਸ ਥਾਨ ਇਸ ਥਾਂ ਤੇ ਪੂਰੀ ਹੋ ਗਈ। 7ਵੀਂ ਰਾਸ ਇੱਥੋਂ ਤੱਕ ਸੰਪੂਰਨ ਹੋ ਗਈ। ਕਾਲ ਸੰਤੋਖ ਸਿੰਘ ਬੰਦਨ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਸੀਸ ਝੁਕਾਉਣਾ, ਬੰਦਨਾ ਕਰਦਾ, ਕਿੱਡੀ ਕਿਰਪਾ ਹੋਵੇਗੀ ਕਵੀ ਸੰਤੋਖ ਸਿੰਘ ਜੀ ਉੱਪਰ, ਜਿਨ੍ਹਾਂ ਨੇ ਹੂਬਹੂ ਨਕਸ਼ਾ ਚਿੱਤਰ ਦਿੱਤਾ। ਵੀ ਗੁਰੂ ਜੀ ਹੁਣ ਹੱਸ ਰਹੇ ਨੇ, ਸਤਿਗੁਰੂ ਹੁਣ ਚੱਲ ਰਹੇ ਨੇ, ਹੁਣ ਗੁਰੂ ਮੁਸਕਰਾ ਰਹੇ ਨੇ। ਇਨ ਬਿਨ ਨਕਸ਼ਾ ਖਿੱਚ ਦਿੱਤਾ ਹੈ ਮਹਾਰਾਜ ਜੀ ਦੇ ਸਰੂਪ ਦਾ। ਕਿੱਡੀ ਰਹਿਮਤ ਕਵੀ ਸੰਤੋਖ ਸਿੰਘ ਜੀ ਉੱਪਰ। ਕਹਿੰਦੇ ਮੈਂ ਬੰਦਨਾ ਕਰਦਾ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ, ਧਰ ਕਰ ਔਰ ਧਿਆਨਾ ਮੈਂ ਗੁਰੂ ਦਾ ਧਿਆਨ ਧਰ ਕੇ ਬੰਦਨਾ ਕਰਦਾ। ਜਿਹੜਾ ਇਤਿਹਾਸ ਲਿਖਿਆ ਹੈ ਇਹ ਐਵੇਂ ਨਹੀਂ ਲਿਖਿਆ ਤੁਰੇ ਜਾਂਦਿਆਂ ਨੇ, ਇਹ ਧਿਆਨ ਵਿੱਚ ਲਿਖਿਆ ਹੈ।
ਔਰ ਗੁਰੂ ਦੀ ਕਥਾ ਧਿਆਨ ਵਿੱਚ ਕਰਨੀ ਤੇ ਸੁਣਨੀ ਹੈ। ਜੇ ਧਿਆਨ ਵਿੱਚ ਸੁਣਾਂਗੇ ਨਹੀਂ, ਫਿਰ ਤੇ ਹਵਾ ਦਾ ਜਿਵੇਂ ਬੁੱਲਾ ਹੁੰਦਾ, ਲੰਘ ਗਿਆ ਲੰਘ ਗਿਆ। ਧਿਆਨ ਵਿੱਚ ਨਹੀਂ ਕਰਾਂਗੇ, ਪਤਾ ਹੀ ਨਹੀਂ ਕੀ ਕਿਹਾ ਸੀ, ਅੱਗੇ ਕੀ ਕਹਿਣਾ। ਧਿਆਨ ਵਿੱਚ ਕਵੀ ਜੀ ਕਹਿੰਦੇ, ਮੈਂ ਆਪਣੇ ਹਿਰਦੇ ਵਿੱਚ ਗੁਰੂ ਦਾ ਧਿਆਨ ਧਰ ਕੇ ਗੁਰੂ ਨੂੰ ਮੱਥਾ ਟੇਕਦਾ, ਵੰਦਨਾ ਕਰਦਾ। ਹਾਂ, ਸਾਡਾ ਕੀ ਹਾਲ ਹੈ। ਦਰਬਾਰ ਵਿੱਚ ਵੀ ਬੈਠੇ ਹੁੰਦੇ ਆ, ਕਥਾ ਵੀ ਸੁਣਦੇ ਹੁੰਦੇ ਆ, ਸੱਜੇ ਖੱਬੇ ਮੋਢੇ ਵੀ ਵੱਜਦੇ ਹੁੰਦੇ ਨੇ, ਸੁਣਾ ਭੈਣੇ ਕੀ ਹਾਲ ਹੈ, ਹੋਰ ਕਿਵੇਂ ਹੈ। ਨਾ ਭੈਣ ਦੀ ਗੱਲ ਸੁਣੀ ਪੂਰੀ ਤੇ ਨਾ ਗੁਰੂ ਦੀ ਸੁਣੀ। ਬਿਆਸਾ ਦਰਿਆ ਦੇ ਕਿਨਾਰੇ ਸੁੰਦਰ ਨਗਰੀ ਹੈ ਜਿਹੜੀ, ਕਰਤਾਰਪੁਰ ਸਾਹਿਬ। ਲਓ ਭਾਈ, ਛੇਵੇਂ ਪਾਤਸ਼ਾਹ ਇਸ ਵਕਤ ਉਥੇ ਵਿਰਾਜੇ ਹਨ। ਸੋਢੀ ਵੰਸ਼ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ। ਜਦੋਂ ਕਹਿੰਦੇ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਸਤਿਗੁਰੂ ਉੱਠੇ ਪਲੰਗ ਤੋਂ, ਸ਼ੌਚ ਇਸ਼ਨਾਨ ਦੀ ਕਿਰਿਆ ਗੁਰਾਂ ਨੇ ਕੀਤੀ। ਫਿਰ ਨਿਜ ਆਨੰਦ, ਨਿਜ ਦੇ ਆਨੰਦ, ਨਿਜ ਦੇ ਸਰੂਪ ਵਿੱਚ ਫਿਰ ਗੁਰੂ ਜੀ ਸਮਾ ਗਏ, ਲੀਨ ਹੋ ਗਏ ਸਮਾਧੀ ਵਿੱਚ। ਫਿਰ ਅੰਤਰ ਧਿਆਨ ਹੁੰਦੇ ਨੇ ਗੁਰੂ, ਜ਼ਰੂਰੀ ਹੈ ਹਰ ਸਿੱਖ ਲਈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅੰਤਰ ਧਿਆਨ ਹੋਣ ਦੀ ਸਾਧਨਾ ਕਰਨੀ। ਕਵੀ ਸੰਤੋਖ ਸਿੰਘ ਜੀ ਔਰ ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਬੁੱਢਾ ਜੀ ਦੀ ਵੰਸ਼, ਜਿਹੜੇ ਇਹ ਕਥਾ ਸੁਣਾ ਰਹੇ ਨੇ ਸੰਗਤਾਂ ਨੂੰ, ਕਹਿੰਦੇ ਪਿਆਰੀ ਸੰਗਤ ਜੀ, ਜਿਹੜਾ ਇਹ ਕਥਾ ਸੁਣੇਗਾ ਔਰ ਕਰੇਗਾ, ਗਾਵੇਗਾ, ਸੁਣਨ ਵਾਲੇ ਨੂੰ ਔਰ ਕਰਨ ਵਾਲੇ ਨੂੰ ਗੁਰੂ ਦੀ ਸਿੱਖੀ ਪ੍ਰਾਪਤ ਹੋ ਜਾਏਗੀ। ਇਸ ਗੁਰੂ ਦੀ ਕਥਾ ਵਿੱਚੋਂ ਗੁਰੂ ਦੀ ਬਾਣੀ ਨੂੰ ਜਿਹੜਾ ਮਨ ਕਰਕੇ, ਪ੍ਰੀਤ ਮਨ ਵਿੱਚ ਰੱਖ ਕੇ ਭਾਈ ਪੜੇਗਾ, ਉਹਦੇ ਅੰਗ ਸੰਗ ਹੋਣਗੇ। ਗੁਰੂ ਨਾਨਕ ਸਾਹਿਬ ਉਹਦੇ ਸਦਾ ਸਹਾਈ ਹੋਣਗੇ, ਮਦਦਗਾਰ ਹੋਣਗੇ ਉਹਦੇ ਹਰ ਕਾਰਜ ਵਿੱਚ, ਇੱਥੇ ਵੀ ਤੇ ਉੱਥੇ ਵੀ। ਇਹ ਕਥਾ ਦਾ ਪ੍ਰਸੰਗ ਭਾਈ ਇੱਥੋਂ ਤੱਕ 7ਵੀਂ ਰਾਸ ਔਰ ਇਹ ਪ੍ਰਸੰਗ ਪੂਰਨ ਹੋਇਆ ਹੈ ਜੀ। ਜਿਹਦੇ ਵਿੱਚ ਗੁਰੂ ਦਾ ਜਸ ਹੀ ਉਤੰਗ ਹੈ, ਉੱਚਾ ਹੈ। ਸਭ ਤੋਂ ਵਰਣਨ ਕੀਤਾ ਇਸ ਕਥਾ ਵਿੱਚ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਦੀ ਕਿਰਪਾ ਸਦਕਾ, ਗੁਰੂ ਕੀ ਸੰਗਤੋਂ, ਇਹ ਕਥਾ ਮੈਂ ਲਿਖ ਕੇ ਉਚਾਰਨ ਕਰਕੇ ਆਪ ਨੂੰ ਸੁਣਾਈ ਹੈ। ਇਹਦੇ ਵਿੱਚ ਕੇਵਲ ਗੁਰੂ ਕੀਆਂ ਸਿਫਤਾਂ ਔਰ ਗੁਰੂ ਕਾ ਉੱਚਾ ਜਸ
है जे। बार बार जावै बलिहारी। और मैं कभी संतोख सिंह मुड़ मुड़ के सदके कुर्बान बलिहारे ਜਾਂਦਾ। हाँ जी लो जी इथों तक के पोथी संपूर्ण हुई। अगली रास 8ਵੀਂ आरंभ होवेगी। हुण अगली पोथी तो समय दी समाप्ति जी। वाहेगुरु जी का खालसा वाहेगुरु जी की फतेह।